ਮੈਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀ ਸਾਲੀ ਨੂੰ ਕੋਠੇ ਉੱਤੇ ਵੇਚ ਦਿੱਤਾ ਤੇ ਆਪਣੀ ਪਤਨੀ ਨੂੰ ਬਹਾਨਾ ਬਣਾ ਕੇ ਦੱਸ ਦਿੱਤਾ ਕਿ ਉਹ ਸ਼ਹਿਰ ਵਿੱਚ ਕਿਤੇ ਗੁੰਮ ਗਈ ਆ। ਪਰ ਇੱਕ ਦਿਨ ਮੈਂ ਦੇਖਿਆ ਕਿ ਮੇਰੀ ਪਤਨੀ, ਅਸੀਂ ਯੂਪੀ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਸੀ। ਪਿੰਡ ਵਿੱਚ ਰੁਜ਼ਗਾਰ ਨਾ ਦੇ ਬਰਾਬਰ ਸੀ। ਲੋਕ ਖੇਤੀਬਾੜੀ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਗੁਜ਼ਰ ਬਸਰ ਕਰਦੇ ਸੀ। ਪਰ ਪਿੰਡ ਵਿੱਚ ਆਮ ਲੋਕਾਂ ਕੋਲ ਜਿੰਨੀ ਜ਼ਮੀਨ ਉਹਨਾਂ ਦੇ ਹਿੱਸੇ ਆਉਂਦੀ ਸੀ, ਉਹ ਜ਼ਮੀਨ ਤੋਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਪਾਉਂਦੀਆਂ ਸੀ, ਕਿਉਂਕਿ ਪਿੰਡ ਵਿੱਚ ਅੱਧੀ ਜ਼ਮੀਨ ਤੋਂ ਜ਼ਿਆਦਾ ਜ਼ਮੀਨ ਉੱਤੇ ਪਿੰਡ ਦੇ ਚੌਧਰੀ ਦਾ ਕਬਜ਼ਾ ਸੀ। ਉਹ ਜ਼ਮੀਨ ਉੱਤੇ ਪਿੰਡ ਦੇ ਕਿਸਾਨਾਂ ਤੋਂ ਬਹੁਤ ਹੀ ਘੱਟ ਮਜ਼ਦੂਰੀ ਦੇ ਕੇ ਖੇਤੀਬਾੜੀ ਕਰਵਾਇਆ ਕਰਦੇ ਸੀ, ਕਿਉਂਕਿ ਪਿੰਡ ਦੇ ਅੱਧੇ ਲੋਕਾਂ ਕੋਲ ਇੰਨੀ ਜਮ੍ਹਾਂ ਪੂੰਜੀ ਨਹੀਂ ਸੀ ਕਿ ਉਹ ਕੋਈ ਆਪਣਾ ਕੰਮ ਸ਼ੁਰੂ ਕਰ ਲੈਣ। ਇਸ ਲਈ ਪਿੰਡ ਦੇ ਚੌਧਰੀ ਦੀ ਜ਼ਮੀਨ ਉੱਤੇ ਹੀ ਕੰਮ ਕਰਨ ਨੂੰ ਮਜਬੂਰ ਸੀ। ਮੈਂ ਵੀ ਪਿੰਡ ਦੇ ਅਜਿਹੇ ਹੀ ਘਰਾਣੇ ਨਾਲ ਸੰਬੰਧ ਰੱਖਦਾ ਸੀ, ਜਿਸ ਦੇ ਕੋਲ ਆਪਣੀ ਖੇਤੀਬਾੜੀ ਕਰਨ ਦੇ ਲਈ ਜ਼ਮੀਨ ਬਹੁਤ ਥੋੜ੍ਹੀ ਸੀ ਤੇ ਪਿੰਡ ਦੇ ਚੌਧਰੀ ਦੀ ਜ਼ਮੀਨ ਉੱਤੇ ਜਾ ਕੇ ਕੰਮ ਕਰਨਾ ਪੈਂਦਾ ਸੀ। ਸਾਰਾ ਦਿਨ ਮਿਹਨਤ ਕਰਨ ਦੇ ਬਾਅਦ ਵੀ ਉਹ ਥੋੜ੍ਹੇ ਜਿਹੇ ਪੈਸੇ ਸਾਡੇ ਹੱਥ ਉੱਤੇ ਰੱਖ ਕੇ ਘਰੇ ਤੋਰ ਦਿੰਦਾ ਸੀ। ਮੈਂ ਆਪਣੀ ਗਰੀਬੀ ਤੋਂ ਤੰਗ ਆ ਚੁੱਕਿਆ ਸੀ। ਮੈਂ ਆਪਣੀ ਗਰੀਬੀ ਨੂੰ ਮਿਟਾਉਣ ਲਈ ਸ਼ਹਿਰ ਜਾਣ ਦਾ ਸੋਚਿਆ, ਪਰ ਸ਼ਹਿਰ ਜਾਣਾ ਆਸਾਨ ਨਹੀਂ ਸੀ ਜਿੰਨਾ ਮੈਂ ਸੋਚਿਆ ਸੀ। ਪਹਿਲੀ ਗੱਲ ਤਾਂ ਇਹ ਕਿ ਮੇਰਾ ਸ਼ਹਿਰ ਵਿੱਚ ਜਾਣਨ ਵਾਲਾ ਕੋਈ ਦੂਰ ਦੂਰ ਤੱਕ ਨਹੀਂ ਸੀ ਤੇ ਮੇਰੇ ਹੱਥ ਵਿੱਚ ਕੋਈ ਹੁਨਰ ਵੀ ਨਹੀਂ ਸੀ ਜਿਸ ਦੇ ਜ਼ਰੀਏ ਮੈਂ ਸ਼ਹਿਰ ਵਿੱਚ ਕੋਈ ਨੌਕਰੀ ਤੇ ਲੱਗ ਜਾਵਾਂ। ਮੈਂ ਪੜ੍ਹਿਆ ਲਿਖਿਆ ਵੀ ਨਹੀਂ ਸੀ, ਪਰ ਫਿਰ ਵੀ ਮੈਂ ਸ਼ਹਿਰ ਜਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਸੀ। ਪਰ ਪਿੰਡ ਦੇ ਚੌਧਰੀ ਦੀ ਆਗਿਆ ਤੋਂ ਬਿਨਾਂ ਸ਼ਹਿਰ ਜਾਣਾ ਵੀ ਆਸਾਨ ਨਹੀਂ ਸੀ, ਕਿਉਂਕਿ ਹਵੇਲੀ ਵਿੱਚ ਰਹਿਣ ਵਾਲੇ ਚੌਧਰੀ ਇਹ ਬਿਲਕੁਲ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਖੇਤੀਬਾੜੀ ਦਾ ਕੰਮ ਕਰਨ ਵਾਲੇ ਮਜ਼ਦੂਰ ਉਹਨਾਂ ਦੀ ਗੁਲਾਮੀ ਛੱਡ ਕੇ ਸ਼ਹਿਰ ਜਾਣ। ਤੇ ਮੈਂ ਬਹੁਤ ਹੀ ਮੁਸ਼ਕਲ ਨਾਲ ਲੁਕਦਾ ਲੁਕਾਉਂਦਾ ਸ਼ਹਿਰ ਆ ਗਿਆ। ਸ਼ਹਿਰ ਆਉਂਦੇ ਹੀ ਮੈਨੂੰ ਰਹਿਣ ਦੀ ਸਮੱਸਿਆ ਹੋਈ। ਉਸ ਦਾ ਹੱਲ ਮੈਂ ਇਸ ਤਰ੍ਹਾਂ ਕੱਢਿਆ ਕਿ ਦਿਨ ਰਾਤ ਮਜ਼ਦੂਰੀ ਦੀ ਤਲਾਸ਼ ਵਿੱਚ ਫਿਰਦਾ ਤੇ ਰਾਤ ਹੁੰਦੇ ਹੀ ਕਿਸੇ ਖਾਲੀ ਬਿਲਡਿੰਗ ਦੇ ਹੇਠਾਂ ਆਪਣਾ ਡੇਰਾ ਲਾ ਲੈਂਦਾ। ਇਸ ਤਰ੍ਹਾਂ ਕੁਝ ਦਿਨ ਪਰੇਸ਼ਾਨੀ ਨਾਲ ਲੰਘ ਗਏ, ਪਰ ਮੈਨੂੰ ਕੋਈ ਵੀ ਕੰਮ ਨਾ ਮਿਲਿਆ। ਜਿਸ ਦੇ ਕੋਲ ਵੀ ਜਾਂਦਾ ਉਹ ਮਹਿੰਗਾਈ ਦਾ ਰੋਣਾ ਰੋਣ ਲੱਗ ਜਾਂਦਾ ਤੇ ਮੈਂ ਚੁੱਪ ਕਰ ਜਾਂਦਾ। ਜਦੋਂ ਬਹੁਤ ਦਿਨ ਇਸ ਤਰ੍ਹਾਂ ਹੀ ਕੰਮ ਨਾ ਮਿਲਿਆ ਤਾਂ ਮੈਂ ਵਾਪਸ ਜਾਣ ਦਾ ਇਰਾਦਾ ਕਰ ਲਿਆ। ਜਿਸ ਦਿਨ ਮੈਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਉਸੇ ਦਿਨ ਮੈਨੂੰ ਇੱਕ ਬਿਲਡਿੰਗ ਵਿੱਚ ਇੱਟਾਂ ਉਠਾਉਣ ਦੀ ਮਜ਼ਦੂਰੀ ਮਿਲ ਗਈ। ਮੈਂ ਇਹ ਕੰਮ ਵੀ ਬਹੁਤ ਹੀ ਖੁਸ਼ੀ ਨਾਲ ਸਵੀਕਾਰ ਕੀਤਾ, ਕਿਉਂਕਿ ਪਿੰਡ ਵਿੱਚ ਜਾ ਕੇ ਚੌਧਰੀ ਦੀਆਂ ਜੁੱਤੀਆਂ ਖਾਣ ਤੋਂ ਤਾਂ ਚੰਗਾ ਸ਼ਹਿਰ ਵਿੱਚ ਰੁੱਖੀ ਸੁੱਖੀ ਖਾ ਕੇ ਗੁਜ਼ਾਰਾ ਕਰ ਲੈਂਦਾ। ਕਈ ਦਿਨ ਮੈਨੂੰ ਇਸ ਬਿਲਡਿੰਗ ਵਿੱਚ ਕੰਮ ਕਰਦੇ ਲੰਘ ਗਏ। ਮੈਂ ਇਸ ਬਿਲਡਿੰਗ ਦੇ ਹੀ ਇੱਕ ਕੋਨੇ ਵਿੱਚ ਸੌਣ ਲੱਗਿਆ। ਹੁਣ ਮੈਂ ਇਸ ਜ਼ਿੰਦਗੀ ਤੋਂ ਵੀ ਤੰਗ ਆ ਚੁੱਕਿਆ ਸੀ। ਠੇਕੇਦਾਰ ਵੀ ਬਹੁਤ ਘੱਟ ਮਜ਼ਦੂਰੀ ਦਿਆ ਕਰਦਾ ਸੀ, ਜਿਸ ਨਾਲ ਮੇਰਾ ਇਸ ਵੱਡੇ ਸ਼ਹਿਰ ਵਿੱਚ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਸੀ। ਮੈਂ ਆਪਣੀ ਆਮਦਨੀ ਵਧਾਉਣ ਦਾ ਕੋਈ ਹੋਰ ਜ਼ਰੀਆ ਲੱਭਣ ਲੱਗਾ। ਇੰਨੀ ਦਿਨੀ ਮੇਰੀ ਮੁਲਾਕਾਤ ਇੱਕ ਵਿਕਰਮ ਨਾਮ ਦੇ ਆਦਮੀ ਨਾਲ ਹੋਈ। ਜਲਦੀ ਹੀ ਕੰਮ ਦੇ ਸਿਲਸਿਲੇ ਵਿੱਚ ਉਹ ਮੁਲਾਕਾਤ ਦੋਸਤੀ ਵਿੱਚ ਬਦਲਣ ਲੱਗੀ। ਹੁਣ ਮੈਂ ਬਿਨਾਂ ਝਿਜਕ ਉਸ ਦੇ ਘਰੇ ਵੀ ਜਾਣ ਲੱਗਿਆ। ਵਿਕਰਮ ਠੇਕੇਦਾਰੀ ਦਾ ਕੰਮ ਕਰਦਾ ਸੀ, ਪਰ ਉਸ ਦਾ ਕੰਮ ਵੀ ਇੰਨਾ ਜ਼ਿਆਦਾ ਨਹੀਂ ਚੱਲਦਾ ਸੀ ਜਿਸ ਹਿਸਾਬ ਨਾਲ ਉਸ ਦੀ ਠਾਠ ਬਾਠ ਸੀ। ਉਸ ਤੋਂ ਇਹ ਜ਼ਾਹਿਰ ਹੁੰਦਾ ਸੀ ਕਿ ਉਹ ਬਹੁਤ ਹੀ ਪੈਸੇ ਵਾਲਾ, ਪਰ ਉਸ ਦੇ ਕੋਲ ਪੈਸਾ ਆਉਂਦਾ ਕਿੱਥੋਂ ਆ ਮੈਨੂੰ ਨਹੀਂ ਪਤਾ ਸੀ। ਉਸ ਦੀ ਐਸ਼ੋ ਆਰਾਮ ਦੇਖ ਕੇ ਮੈਨੂੰ ਹੈਰਾਨੀ ਹੁੰਦੀ, ਉਸ ਦੇ ਕੋਲ ਇੰਨਾ ਪੈਸਾ ਆਉਂਦਾ ਕਿੱਥੋਂ ਸੀ। ਇੱਕ ਕਾਰਨ ਇਹ ਵੀ ਸੀ ਕਿ ਮੇਰਾ ਉਸ ਦੇ ਨਾਲ ਦੋਸਤੀ ਕਰਨ ਦਾ ਕੀ, ਮੈਂ ਚਾਹੁੰਦਾ ਸੀ ਕਿ ਉਹ ਵੀ ਆਪਣੇ ਕਾਰੋਬਾਰ ਵਿੱਚ ਮੈਨੂੰ ਸ਼ਾਮਲ ਕਰ ਲਵੇ ਤਾਂ ਕਿ ਮੈਂ ਵੀ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਲੰਘਾ ਸਕਾਂ। ਪਰ ਹਾਲੇ ਤੱਕ ਉਸ ਨੇ ਮੈਨੂੰ ਆਪਣੇ ਕੰਮ ਬਾਰੇ ਨਹੀਂ ਦੱਸਿਆ ਸੀ, ਸਿਵਾਏ ਇਸ ਦੇ ਕਿ ਉਹ ਇੱਕ ਠੇਕੇਦਾਰ ਹੈ ਤੇ ਮਜ਼ਦੂਰਾਂ ਤੋਂ ਆਪਣੇ ਨਾਲ ਕੰਮ ਕਰਵਾਉਂਦਾ ਹੈ। ਲੇਕਿਨ ਮੈਂ ਨੋਟ ਕੀਤਾ ਸੀ ਕਿ ਉਸ ਦਾ ਧਿਆਨ ਠੇਕੇਦਾਰੀ ਵੱਲ ਬਿਲਕੁਲ ਵੀ ਨਹੀਂ ਸੀ ਤੇ ਇਸ ਗੱਲ ਨੇ ਮੈਨੂੰ ਹੈਰਾਨੀ ਵਿੱਚ ਪਾ ਰੱਖਿਆ ਸੀ। ਆਖਿਰ ਇੱਕ ਦਿਨ ਮੈਂ ਉਸ ਤੋਂ ਪੁੱਛ ਹੀ ਲਿਆ ਕਿ ਉਹ ਅਜਿਹਾ ਕਿਹੜਾ ਕੰਮ ਕਰਦਾ ਜਿਸ ਦੀ ਬਦੌਲਤ ਉਸ ਨੂੰ ਇੰਨੀ ਐਸ਼ ਭਰੀ ਜ਼ਿੰਦਗੀ ਗੁਜ਼ਰ ਰਹੀ ਆ। ਤਾਂ ਉਸਨੇ ਮੈਨੂੰ ਜੋ ਕੰਮ ਦੱਸਿਆ ਉਹ ਸੁਣ ਕੇ ਮੇਰੇ ਲੂੰ ਕੰਡੇ ਖੜੇ ਹੋ ਗਏ। ਮੇਰੇ ਮੱਥੇ ਤੇ ਪਸੀਨਾ ਚੋਣ ਲੱਗਿਆ। ਉਸਨੇ ਦੱਸਿਆ ਕਿ ਉਹ ਲੜਕੀਆਂ ਅਤੇ ਔਰਤਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਕੋਠਿਆਂ ਤੇ ਜਾ ਕੇ ਵੇਚ ਦਿੰਦਾ, ਜਿਸ ਵਜ੍ਹਾ ਨਾਲ ਉਸ ਉੱਤੇ ਪੈਸਿਆਂ ਦੀ ਬਾਰਿਸ਼ ਹੁੰਦੀ ਆ। ਤੇ ਇਹ ਗੱਲ ਸੁਣ ਕੇ ਮੈਂ ਹੈਰਾਨੀ ਵਿੱਚ ਡੁੱਬ ਗਿਆ ਤੇ ਸੋਚਣ ਲੱਗਿਆ ਕਿ ਇਸ ਕੰਮ ਵਿੱਚ ਇੰਨਾ ਪੈਸਾ ਹੈ ਕਿ ਉਹ ਆਪਣੀ ਜ਼ਿੰਦਗੀ ਇੰਨੇ ਆਰਾਮ ਨਾਲ ਗੁਜ਼ਾਰ ਰਿਹਾ। ਉਸਨੇ ਮੈਨੂੰ ਵੀ ਆਪਣੇ ਕੰਮ ਵਿੱਚ ਸ਼ਾਮਲ ਹੋਣ ਦੀ ਆਫਰ ਕੀਤੀ ਤਾਂ ਉਸ ਦੀ ਆਫਰ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ ਅਤੇ ਉਸ ਦਾ ਚਿਹਰਾ ਦੇਖਣ ਲੱਗਿਆ। ਮੈਨੂੰ ਉਸ ਦੀ ਇਹ ਗੱਲ ਹਜ਼ਮ ਨਹੀਂ ਹੁੰਦੀ ਸੀ ਕਿ ਉਹ ਗੈਰ ਕਾਨੂੰਨੀ ਕੰਮ ਕਰਦਾ ਹੈ ਤੇ ਉੱਪਰ ਤੋਂ ਉੱਪਰ ਉਸ ਦੇ ਮੈਨੂੰ ਵੀ ਆਪਣੇ ਨਾਲ ਸ਼ਾਮਲ ਹੋਣ ਦੀ ਆਫਰ ਕਰ ਦਿੱਤੀ।
ਮੈਂ ਉਸ ਤੋਂ ਸੋਚਣ ਲਈ ਸਮਾਂ ਮੰਗਿਆ ਤੇ ਮੈਂ ਆਪਣੀ ਗਰੀਬੀ ਤੋਂ ਤੰਗ ਆ ਚੁੱਕਾ ਸੀ। ਮੈਨੂੰ ਆਪਣਾ ਘਰ ਚਲਾਉਣ ਦੇ ਲਈ ਵੀ ਖਰਚਾ ਭੇਜਣਾ ਹੁੰਦਾ ਸੀ। ਮੇਰੀ ਪਤਨੀ, ਬੱਚੇ ਮੇਰੇ ਪੈਸੇ ਭੇਜਣ ਦਾ ਇੰਤਜ਼ਾਰ ਕਰ ਰਹੇ ਸੀ ਤੇ ਮੈਂ ਇੱਥੇ ਆਪਣੇ ਹਾਲਾਤ ਨਾਲ ਜੂਝ ਰਿਹਾ ਸੀ। ਇਹ ਸੋਚਦੇ ਪੂਰੀ ਰਾਤ ਲੰਘ ਗਈ। ਅਗਲੇ ਦਿਨ ਕੰਮ ਤੇ ਗਿਆ ਤੇ ਪੂਰਾ ਦਿਨ ਵਿਕਰਮ ਦੀ ਉਸ ਗੱਲ ਦੇ ਬਾਰੇ ਸੋਚਦਾ ਰਿਹਾ। ਰਾਤ ਦੇ ਸਮੇਂ ਮੇਰੀ ਫਿਰ ਉਸ ਨਾਲ ਮੁਲਾਕਾਤ ਹੋਈ ਤੇ ਉਸਨੇ ਮੇਰੇ ਕੰਮ ਬਾਰੇ ਪੁੱਛਿਆ ਤਾਂ ਮੈਂ ਬਿਨਾਂ ਸੋਚੇ ਸਮਝੇ ਉਸ ਦੇ ਨਾਲ ਕੰਮ ਕਰਨ ਦੀ ਹਾਮੀ ਭਰ ਦਿੱਤੀ ਤੇ ਉਹ ਬਹੁਤ ਖੁਸ਼ ਹੋਇਆ ਤੇ ਅਗਲੇ ਦਿਨ ਉਹ ਮੈਨੂੰ ਆਪਣੇ ਨਾਲ ਕੋਠੇ ਤੇ ਲੈ ਗਿਆ। ਦਿਨ ਦਾ ਸਮਾਂ ਸੀ। ਪੂਰੇ ਕੋਠੇ ਤੇ ਸਰਨਾਟਾ ਛਾਇਆ ਹੋਇਆ ਸੀ। ਅੱਧੇ ਤੋਂ ਜ਼ਿਆਦਾ ਲੋਕ ਰਾਤ ਭਰ ਜਾਗਣ ਤੋਂ ਬਾਅਦ ਹੁਣ ਦਿਨ ਵਿੱਚ ਆਪਣੀ ਨੀਂਦ ਪੂਰੀ ਕਰ ਰਹੇ ਸੀ। ਵਿਕਰਮ ਨੇ ਮੈਨੂੰ ਲਿਜਾ ਕੇ ਉਸ ਕੋਠੇ ਦੀ ਮਾਲਕਣ ਨੂੰ ਮਿਲਵਾਇਆ ਜੋ ਲੜਕੀਆਂ ਖਰੀਦਣ ਦਾ ਕੰਮ ਕਰਦੀ ਸੀ। ਉਸ ਨੇ ਉੱਪਰ ਤੋਂ ਹੇਠਾਂ ਤੱਕ ਜਾਇਜ਼ਾ ਲਿਆ ਤੇ ਵਿਕਰਮ ਤੋਂ ਪੁੱਛਿਆ ਕਿ ਇਹ ਕੰਮ ਕਰ ਸਕਦਾ ਤਾਂ ਵਿਕਰਮ ਨੇ ਫੌਰਨ ਹਾਮੀ ਭਰ ਦਿੱਤੀ ਤੇ ਉਸ ਔਰਤ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਇਸ ਦੇ ਨਾਲ ਹੀ ਕੰਮ ਕਰੂੰਗਾ ਤੇ ਇਸ ਨੂੰ ਸਭ ਕੁਝ ਸਿਖਾ ਦੇਵਾਂਗਾ। ਕੋਠੇ ਦੀ ਮਾਲਕਣ ਨੇ ਕਿਹਾ, ਮੈਨੂੰ ਹਾਲੇ ਫਿਲਹਾਲ ਕੁਝ ਲੜਕੀਆਂ ਦੀ ਜ਼ਰੂਰਤ ਆ ਤਾਂ ਕਿ ਮੇਰੇ ਲਈ ਲੜਕੀਆਂ ਦਾ ਇੰਤਜ਼ਾਮ ਕਰ ਦਿਓ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਵਿਕਰਮ ਦੇ ਨਾਲ ਉੱਥੋਂ ਉੱਠ ਕੇ ਆ ਗਿਆ। ਜਦੋਂ ਅਸੀਂ ਵਿਕਰਮ ਦੇ ਘਰ ਪਹੁੰਚੇ ਤਾਂ ਵਿਕਰਮ ਨੇ ਹੀ ਮੈਨੂੰ ਸਲਾਹ ਦਿੱਤੀ ਕਿ ਮੈਂ ਪਿੰਡ ਦੀਆਂ ਲੜਕੀਆਂ ਨੂੰ ਚੰਗੀ ਨੌਕਰੀ ਦਾ ਝਾਂਸਾ ਦੇ ਕੇ ਸ਼ਹਿਰ ਲੈ ਆਵਾਂ ਤੇ ਕੋਠੀ ਤੇ ਜਾ ਕੇ ਵੇਚ ਦੇਵਾਂ ਕਿਉਂਕਿ ਉਸ ਵਿੱਚ ਇਸ ਤਰ੍ਹਾਂ ਕੰਮ ਕਰਿਆ ਕਰਦਾ ਹੈ। ਮੈਂ ਉਸ ਦੀ ਗੱਲ ਮੰਨ ਲਈ ਤੇ ਉਸਨੇ ਮੈਨੂੰ ਇੱਕ ਪਿੰਡ ਦਾ ਪਤਾ ਦੱਸ ਦਿੱਤਾ ਜੋ ਸ਼ਹਿਰ ਤੋਂ ਜ਼ਿਆਦਾ ਦੂਰ ਨਹੀਂ ਸੀ। ਮੈਂ ਉਸ ਪਿੰਡ ਦੇ ਵੱਲ ਚਲਾ ਗਿਆ ਪਰ ਮੇਰਾ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਸੀ। ਜਦੋਂ ਇਸ ਪਿੰਡ ਵਿੱਚ ਪਹੁੰਚਿਆ ਤਾਂ ਸ਼ਾਮ ਦਾ ਸਮਾਂ ਹੋ ਰਿਹਾ ਸੀ। ਬੱਸ ਤੋਂ ਉਤਰ ਕੇ ਮੈਂ ਆਸ-ਪਾਸ ਦੇਖਿਆ ਤਾਂ ਸ਼ਾਮ ਦਾ ਹਨੇਰਾ ਹਰ ਪਾਸੇ ਫੈਲ ਚੁੱਕਿਆ ਸੀ। ਮੈਨੂੰ ਆਪਣੇ ਆਪ ਵੀ ਇਸ ਹਨੇਰੇ ਦਾ ਹਿੱਸਾ ਮਾਲੂਮ ਹੋ ਰਿਹਾ ਸੀ। ਮਰੇ ਹੋਏ ਕਦਮਾਂ ਨਾਲ ਬੱਸ ਸਟੈਂਡ ਤੋਂ ਨਿਕਲ ਕੇ ਪਿੰਡ ਜਾਣ ਵਾਲੀ ਸੜਕ ਤੇ ਰਵਾਨਾ ਹੋ ਗਿਆ। ਕਦਮ ਮੇਰੇ ਇਸ ਤਰ੍ਹਾਂ ਚੱਲ ਰਹੇ ਸੀ ਜਿਵੇਂ ਉਹਨਾਂ ਉੱਤੇ ਕਿਸੇ ਨੇ ਵਜ਼ਨ ਰੱਖ ਦਿੱਤਾ ਹੋਵੇ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਘਸੀਟਦਾ ਹੋਇਆ ਪਿੰਡ ਦੇ ਵੱਲ ਚੱਲ ਪਿਆ। ਮੇਰੇ ਦਿਲ ਤੇ ਬੋਝ ਵੱਧਦਾ ਹੀ ਜਾ ਰਿਹਾ ਸੀ। ਮੈਨੂੰ ਇੱਕ ਰਿਕਸ਼ੇ ਵਾਲਾ ਮੇਰੇ ਵੱਲ ਆਉਂਦਾ ਹੋਇਆ ਦਿਖਾਈ ਦਿੱਤਾ ਤੇ ਮੈਂ ਉਸ ਨੂੰ ਰੋਕ ਕੇ ਚੁੱਪ ਕਰਕੇ ਕਿਰਾਇਆ ਤੈਅ ਕਰਕੇ ਉਸ ਦੇ ਨਾਲ ਬੈਠ ਗਿਆ। ਮੈਂ ਪੂਰਾ ਰਸਤੇ ਚੁੱਪ ਰਿਹਾ। ਰਿਕਸ਼ੇ ਵਾਲੇ ਨੇ ਗੱਲਬਾਤ ਦੇ ਇਰਾਦੇ ਖੁਦ ਹੀ ਆਪਣੀ ਗਰੀਬੀ ਦੀ ਦਾਸਤਾਨ ਸੁਣਾਉਣੀ ਸ਼ੁਰੂ ਕਰ ਦਿੱਤੀ। ਮੈਂ ਸੋਚਾਂ ਵਿੱਚ ਪੈ ਗਿਆ ਤੇ ਮੈਂ ਵੀ ਗਰੀਬੀ ਤੋਂ ਤੰਗ ਆ ਕੇ ਮਜਬੂਰ ਹੋ ਕੇ ਇੱਥੋਂ ਤੱਕ ਪਹੁੰਚਿਆ। ਰਿਕਸ਼ੇ ਵਾਲੇ ਨਾਲ ਮੇਰੀ ਚੰਗੀ ਤਰ੍ਹਾਂ ਜਾਣ ਪਛਾਣ ਹੋ ਗਈ। ਉਸ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਘਰੇ ਚੱਲ, ਰੋਟੀ ਪਾਣੀ ਖਾ ਕੇ ਚਲਿਆ ਜਾਵੀਂ ਕਿਉਂਕਿ ਉਸ ਨੂੰ ਸ਼ਹਿਰ ਤੋਂ ਆਉਣ ਵਾਲੇ ਲੋਕਾਂ ਤੋਂ ਸਹਾਰਾ ਮਿਲਦਾ ਸੀ। ਉਹ ਲੋਕ ਉਸ ਨੂੰ ਵਾਪਸ ਜਾਂਦੇ ਸਮੇਂ ਕੁਝ ਪੈਸੇ ਦੇ ਕੇ ਜਾਂਦੇ ਸੀ। ਇਹੀ ਵਜ੍ਹਾ ਨਾਲ ਉਹ ਮੇਰੇ ਨਾਲ ਇਸ ਕਦਰ ਚੰਗੀ ਤਰ੍ਹਾਂ ਪੇਸ਼ ਆ ਰਿਹਾ ਸੀ ਪਰ ਮੈਂ ਉਸ ਨੂੰ ਮਨਾ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਰਿਕਸ਼ੇ ਵਾਲਾ ਬੋਲਿਆ ਕਿ ਸਾਡੇ ਪਿੰਡ ਵਿੱਚ ਕੁਝ ਲੋਕ ਆਏ ਜੋ ਔਰਤਾਂ ਨੂੰ ਸ਼ਹਿਰ ਵਿੱਚ ਲਿਜਾ ਕੇ ਨੌਕਰੀ ਦੇ ਰਹੇ ਸੀ। ਇਹ ਸੁਣਦੇ ਹੀ ਮੇਰੇ ਕੰਨ ਖੜੇ ਹੋ ਗਏ। ਮੈਂ ਬੋਲਿਆ, ਕੁਝ ਨਹੀਂ। ਉਸ ਨੇ ਦੱਸਿਆ ਉਸ ਦੀ ਬੇਟੀ ਵੀ ਸ਼ਹਿਰ ਵਿੱਚ ਨੌਕਰੀ ਕਰਨ ਦੇ ਲਈ ਐਪਲੀਕੇਸ਼ਨ ਜਮ੍ਹਾਂ ਕਰਵਾਈ ਹੈ। ਉਸ ਦੀ ਬੇਟੀ 10ਵੀਂ ਕਲਾਸ ਤੱਕ ਪੜ੍ਹੀ ਹੋਈ ਹੈ। ਇਹ ਦੱਸਦੇ ਹੋਏ ਉਸ ਦੇ ਚਿਹਰੇ ਉੱਤੇ ਗਰਵ ਛਲਕ ਆਇਆ। ਉਸ ਨੇ ਗਰਵ ਨਾਲ ਆਪਣੀ ਬੇਟੀ ਦੇ ਲਈ ਇਹ ਗੱਲ ਬੋਲੀ ਸੀ। ਇਹ ਗਰਵ ਦੇਖ ਕੇ ਮੈਂ ਨਜ਼ਰਾਂ ਚੁਰਾਉਣ ਲਈ ਮਜਬੂਰ ਹੋ ਗਿਆ। ਇੱਕ ਪਲ ਦੇ ਲਈ ਮੇਰਾ ਦਿਲ ਕੀਤਾ ਕਿ ਮੈਂ ਉਸ ਨੂੰ ਮਨਾ ਕਰ ਦੇਵਾਂ, ਉਹ ਆਪਣੀ ਬੇਟੀ ਨੂੰ ਨੌਕਰੀ ਦੇ ਲਈ ਸ਼ਹਿਰ ਨਾ ਭੇਜੇ, ਪਰ ਮੈਂ ਕੁਝ ਬੋਲ ਨਾ ਸਕਿਆ ਤੇ ਉਸ ਦਾ ਧੰਨਵਾਦ ਕਰਕੇ ਅੱਗੇ ਵੱਧ ਗਿਆ। ਕੁਝ ਟਾਈਮ ਬਾਅਦ ਵਿਕਰਮ ਦੇ ਗਰੋਹ ਦੇ ਆਦਮੀਆਂ ਨਾਲ ਮੁਲਾਕਾਤ ਹੋਈ। ਉਹਨਾਂ ਨੇ ਮੈਨੂੰ ਅੱਗੇ ਦੇ ਕੰਮ ਬਾਰੇ ਵਿੱਚ ਸਮਝਾਇਆ। ਕੁਝ ਦਿਨ ਤੱਕ ਅਸੀਂ ਆਪਣਾ ਕੰਮ ਕਰਦੇ ਰਹੇ ਪਰ ਪਿੰਡ ਦੀਆਂ ਔਰਤਾਂ ਨੂੰ ਸ਼ਹਿਰ ਦੇ ਲਈ ਨੌਕਰੀ ਲਈ ਤਿਆਰ ਕਰਨਾ ਆਸਾਨ ਕੰਮ ਨਹੀਂ ਸੀ। ਕੁਝ ਦਿਨਾਂ ਦੀ ਮਿਹਨਤ ਤੋਂ ਬਾਅਦ ਮੈਂ ਵਾਪਸ ਪਿੰਡ ਤੋਂ ਸ਼ਹਿਰ ਜਾ ਰਿਹਾ ਸੀ ਤੇ ਉਸ ਸਮੇਂ ਮੇਰੇ ਨਾਲ 4 ਲੜਕੀਆਂ ਸੀ ਜੋ ਸ਼ਹਿਰ ਵਿੱਚ ਨੌਕਰੀ ਕਰਨ ਦੇ ਇਰਾਦੇ ਨਾਲ ਮੇਰੇ ਨਾਲ ਜਾਣ ਨੂੰ ਤਿਆਰ ਹੋ ਗਈਆਂ ਸੀ। ਉਹਨਾਂ ਸਭ ਦੀ ਉਮਰ ਲਗਭਗ 25 ਸਾਲ ਦੇ ਕਰੀਬ ਸੀ ਪਰ ਉਹ ਪਹਿਲੀ ਵਾਰ ਸ਼ਹਿਰ ਜਾਂਦੇ ਸਮੇਂ ਬਹੁਤ ਘਬਰਾਈਆਂ ਹੋਈਆਂ ਸੀ। ਮੈਂ ਉਹਨਾਂ ਨੂੰ ਲੈ ਕੇ ਜਦੋਂ ਸ਼ਹਿਰ ਪਹੁੰਚਿਆ ਤਾਂ ਵਿਕਰਮ ਨੂੰ ਫੋਨ ਕਰਕੇ ਦੱਸਿਆ ਕਿ ਮੈਂ 4 ਲੜਕੀਆਂ ਨੂੰ ਲੈ ਕੇ ਸ਼ਹਿਰ ਪਹੁੰਚ ਰਿਹਾ। ਉਸ ਨੇ ਮੈਨੂੰ ਉਹ ਲੜਕੀਆਂ ਨੂੰ ਸਿੱਧਾ ਕੋਠੇ ਤੇ ਲਿਜਾਣ ਲਈ ਕਿਹਾ। ਮੇਰੇ ਦਿਲ ਉੱਤੇ ਬੋਝ ਸੀ ਜੋ ਵੱਧਦਾ ਹੀ ਜਾ ਰਿਹਾ ਸੀ ਪਰ ਪੈਸੇ ਦੀ ਚਮਕ ਮੈਨੂੰ ਉਸ ਕੋਠੇ ਵੱਲ ਖਿੱਚ ਰਹੀ ਸੀ ਤੇ ਹੁਣ ਮੈਂ ਇਹੀ ਸੋਚ ਕੇ ਖੁਸ਼ ਹੋ ਰਿਹਾ ਸੀ ਕਿ ਹੁਣ ਮੈਂ ਆਪਣੇ ਘਰ ਪੈਸੇ ਭੇਜ ਸਕੂੰਗਾ। ਮੈਂ ਉਹਨਾਂ ਲੜਕੀਆਂ ਨੂੰ ਇਹੀ ਦੱਸਿਆ ਕਿ ਆਪਾਂ ਸਿੱਧੇ ਕੰਮ ਕਰਨ ਵਾਲੀ ਜਗ੍ਹਾ ਤੇ ਪਹੁੰਚ ਰਹੇ ਹਾਂ। ਇਹ ਸੁਣ ਕੇ ਉਹ ਲੜਕੀਆਂ ਬਹੁਤ ਖੁਸ਼ ਹੋ ਗਈਆਂ ਕਿ ਸ਼ਹਿਰ ਆਉਂਦੇ ਹੀ ਉਹਨਾਂ ਨੂੰ ਕੰਮ ਮਿਲ ਗਿਆ
ਪਰ ਉਹ ਆਉਣ ਵਾਲੇ ਹਾਲਾਤਾਂ ਤੋਂ ਬੇਖਬਰ ਸੀ। ਉਹਨਾਂ ਲੜਕੀਆਂ ਵਿੱਚ ਉਹ ਰਿਕਸ਼ੇ ਵਾਲੇ ਦੀ ਬੇਟੀ ਵੀ ਸ਼ਾਮਲ ਸੀ। ਜਦੋਂ ਮੈਂ ਉਹਨਾਂ 4 ਲੜਕੀਆਂ ਨੂੰ ਲੈ ਕੇ ਕੋਠੇ ਤੇ ਪਹੁੰਚਿਆ ਤਾਂ ਰਾਤ ਦਾ ਸਮਾਂ ਹੋ ਗਿਆ ਸੀ। ਕੋਠੇ ਵਿੱਚ ਜਿਵੇਂ ਦਿਨ ਨਿਕਲ ਆਇਆ ਸੀ। ਜਦੋਂ ਅਸੀਂ ਕੋਠੇ ਵਿੱਚ ਪਹੁੰਚੇ ਤਾਂ ਉਹਨਾਂ ਲੜਕੀਆਂ ਨੇ ਹੈਰਾਨ ਹੋ ਕੇ ਇੱਕ ਦੂਜੇ ਵੱਲ ਦੇਖਿਆ, ਪਰ ਬੋਲੀਆਂ ਕੁਝ ਨਹੀਂ। ਜਿੱਥੇ ਅੱਧ ਨੰਗੀਆਂ ਕੁੜੀਆਂ ਆਪਣੇ ਆਉਣ ਵਾਲੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਸੀ। ਜਦੋਂ ਮੈਂ ਉਸ ਕੋਠੇ ਦੀ ਮਾਲਕ ਔਰਤ ਕੋਲ ਉਸ 4 ਲੜਕੀਆਂ ਨੂੰ ਲੈ ਕੇ ਪਹੁੰਚਿਆ ਤਾਂ ਵਿਕਰਮ ਉੱਥੇ ਪਹਿਲਾਂ ਹੀ ਮੌਜੂਦ ਸੀ। ਉਹ 4 ਲੜਕੀਆਂ ਨੂੰ ਦੇਖ ਕੇ ਉਸ ਦੀ ਅੱਖਾਂ ਦੀ ਚਮਕ ਵੱਧ ਗਈ। ਉਸਨੇ ਅੱਗੇ ਵੱਧ ਕੇ ਮੈਨੂੰ ਚੰਗੀ ਤਰ੍ਹਾਂ ਕੰਮ ਕਰਨ ਦੀ ਸ਼ਾਬਾਸ਼ੇ ਦਿੱਤੀ। ਕੋਠੇ ਦੀ ਮਾਲਕਣ ਵੀ ਉਹ 4 ਲੜਕੀਆਂ ਨੂੰ ਦੇਖ ਕੇ ਖੁਸ਼ ਸੀ। ਉਹ ਲੜਕੀਆਂ ਘਬਰਾ ਕੇ ਇੱਕ ਦੂਜੇ ਵੱਲ ਦੇਖ ਰਹੀਆਂ ਸੀ। ਉਹ ਸਮਝ ਚੁੱਕੀਆਂ ਸੀ ਕਿ ਉਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਉਹਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਸ਼ਹਿਰ ਵਿੱਚ ਲਿਆ ਕੇ ਵੇਚ ਦਿੱਤਾ ਗਿਆ। ਮੈਂ ਜਦੋਂ ਕੋਠੀ ਦੀ ਮਾਲਕਣ ਤੋਂ ਪੈਸਿਆਂ ਦੀ ਗੁੱਟੀ ਲੈ ਕੇ ਨਿਕਲਿਆ ਤਾਂ ਪਿੱਛੇ ਹੀ ਮੈਨੂੰ ਉਹਨਾਂ ਲੜਕੀਆਂ ਦੀਆਂ ਚੀਕ ਪੁਕਾਰ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ। ਪਰ ਹਰੇ ਗੁਲਾਬੀ ਰੰਗ ਦੇ ਨੋਟਾਂ ਦੀ ਗੱਟੀ ਨੇ ਜਿਵੇਂ ਮੇਰੇ ਜ਼ਮੀਰ ਨੂੰ ਮਾਰ ਦਿੱਤਾ ਸੀ। ਉਹਨਾਂ ਦੀ ਚੀਖ ਪੁਕਾਰ ਦੀ ਪਰਵਾਹ ਕੀਤੇ ਬਿਨਾਂ ਮੈਂ ਉੱਥੋਂ ਨਿਕਲ ਆਇਆ। ਹੁਣ ਇਸ ਕੰਮ ਵਿੱਚ ਹੌਲੀ-ਹੌਲੀ ਮਾਹਰ ਹੁੰਦਾ ਜਾ ਰਿਹਾ ਸੀ ਤੇ ਅਲੱਗ-ਅਲੱਗ ਪਿੰਡਾਂ ਤੇ ਦੂਰ-ਦਰਾਜ਼ ਦੇ ਇਲਾਕਿਆਂ ਤੋਂ ਕਈ ਲੜਕੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਸ਼ਹਿਰ ਲਿਆ ਕੇ ਇਸ ਕੋਠੀ ਦੀ ਮਾਲਕਣ ਦੇ ਹੱਥ ਵਿੱਚ ਵੇਚ ਚੁੱਕਿਆ ਸੀ। ਉਸ ਕੋਠੇ ਦੀ ਮਾਲਕਣ ਮੇਰੇ ਤੋਂ ਬਹੁਤ ਖੁਸ਼ ਸੀ। ਮੈਂ ਹਰ ਵਾਰ ਚੰਗਾ ਮਾਲ ਲਿਆ ਕੇ ਉਹਨਾਂ ਕੋਲ ਪਹੁੰਚਾਉਂਦਾ ਸੀ। ਪੈਸੇ ਦੀ ਚਮਕ ਨੇ ਮੇਰੀਆਂ ਅੱਖਾਂ ਦੇ ਨਾਲ-ਨਾਲ ਮੇਰੇ ਕੰਨਾਂ ਨੂੰ ਵੀ ਬੁਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਕੋਠੇ ਤੇ ਵੇਚੀਆਂ ਗਈਆਂ ਲੜਕੀਆਂ ਦੀਆਂ ਚੀਕਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੇਰੇ ਅੰਦਰ ਦੇ ਸਾਰੇ ਅਹਿਸਾਸ ਅਤੇ ਜਜ਼ਬਾਤ ਮਰ ਚੁੱਕੇ ਹਨ। ਮੈਨੂੰ ਹੁਣ ਸਿਰਫ ਪੈਸੇ ਨਾਲ ਮਤਲਬ ਸੀ। ਇਸ ਸਮੇਂ ਮੈਂ ਬੇਤਹਾਸ਼ਾ ਕਮਾ ਰਿਹਾ ਸੀ। ਹੁਣ ਤਾਂ ਮੇਰੇ ਅੰਦਰੋਂ ਵੀ ਇਹ ਆਵਾਜ਼ ਨਹੀਂ ਆਉਂਦੀ ਸੀ ਕਿ ਮੈਂ ਗਲਤ ਕਰ ਰਿਹਾ। ਮੈਨੂੰ ਇਹ ਕੰਮ ਕਰਨ ਦੀ ਆਦਤ ਲੱਗ ਚੁੱਕੀ ਸੀ। ਹੁਣ ਤਾਂ ਮੈਂ ਅੱਖਾਂ, ਨੱਕ, ਕੰਨ ਖੁੱਲ੍ਹੇ ਰੱਖਦਾ, ਕਿਤੋਂ ਮੈਨੂੰ ਨਵਾਂ ਸ਼ਿਕਾਰ ਮਿਲੇਗਾ ਤੇ ਕੋਠੀ ਤੇ ਵੇਚ ਦੇਵਾਂਗਾ। ਇਹ ਕੰਮ ਕਰਦੇ ਹੋਏ ਮੈਨੂੰ ਕਾਫੀ ਸਮਾਂ ਹੋ ਚੁੱਕਿਆ ਸੀ ਤੇ ਹੁਣ ਮੈਂ ਇੱਕ ਵਾਰ ਵੀ ਆਪਣੇ ਘਰ ਨਹੀਂ ਗਿਆ ਸੀ। ਮੈਂ ਵਿਕਰਮ ਤੋਂ ਆਪਣੇ ਪਿੰਡ ਜਾਣ ਦੀ ਗੱਲ ਕੀਤੀ ਤਾਂ ਉਸਨੇ ਮੈਨੂੰ ਆਗਿਆ ਦੇ ਦਿੱਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਤੂੰ ਆਪਣੇ ਪਿੰਡੋਂ ਵੀ ਸ਼ਿਕਾਰ ਦੀ ਤਲਾਸ਼ ਕਰਨਾ, ਜਿਸ ਉੱਤੇ ਮੈਂ ਸ਼ੈਤਾਨੀ ਹਾਸਾ ਹੱਸਦੇ ਹੋਏ ਸਿਰ ਹਿਲਾ ਦਿੱਤਾ। ਮੈਂ ਬਹੁਤ ਸਾਲਾਂ ਬਾਅਦ ਆਪਣੇ ਪਿੰਡ ਦੇ ਵੱਲ ਜਾ ਰਿਹਾ ਸੀ। ਪੈਸੇ ਤਾਂ ਮੈਂ ਹਰ ਮਹੀਨੇ ਬਰਾਬਰ ਭੇਜ ਦਿੰਦਾ ਸੀ, ਪਰ ਪਿੰਡ ਹੁਣ ਜਾ ਰਿਹਾ ਸੀ। ਸ਼ਹਿਰ ਤੋਂ ਪਿੰਡ ਪਹੁੰਚਿਆ ਤਾਂ ਪਤਨੀ ਅਤੇ ਬੱਚਿਆਂ ਨੇ ਬਹੁਤ ਹੀ ਖੁਸ਼ੀ ਨਾਲ ਮੇਰਾ ਸਵਾਗਤ ਕੀਤਾ। ਮੇਰੇ ਬੱਚੇ ਹੁਣ ਕਾਫੀ ਵੱਡੇ ਹੋ ਚੁੱਕੇ ਸੀ ਤੇ ਘਰ ਦੀ ਹਾਲਤ ਦੇਖ ਕੇ ਮੈਂ ਕਾਫੀ ਖੁਸ਼ ਸੀ। ਘਰ ਨੂੰ ਰੰਗ ਰੋਗਨ ਕੀਤਾ ਹੋਇਆ ਸੀ। ਘਰ ਵਿੱਚ ਕੀਮਤੀ ਸਮਾਨ ਵੀ ਲਿਆ ਕੇ ਰੱਖ ਦਿੱਤਾ ਗਿਆ ਸੀ। ਘਰ ਦੀ ਤਾਂ ਕਾਇਆ ਪਲਟ ਹੋ ਚੁੱਕੀ ਸੀ ਤੇ ਇਹ ਸਭ ਇਹਨਾਂ ਪੈਸਿਆਂ ਦੀ ਬਦੌਲਤ ਹੋਇਆ ਸੀ ਜੋ ਮੈਂ ਸ਼ਹਿਰ ਜਾ ਕੇ ਭੇਜ ਰਿਹਾ ਸੀ। ਇੱਕ ਸਮਾਂ ਉਹ ਵੀ ਸੀ ਅਸੀਂ ਭੁੱਖੇ ਸੌਂਦੇ ਸੀ। ਮੇਰਾ ਬੇਟਾ ਵੀ ਹੁਣ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖ ਚੁੱਕਿਆ ਸੀ ਤੇ ਮੈਨੂੰ ਜਿੱਦ ਕਰਨ ਲੱਗਿਆ ਕਿ ਮੈਂ ਵੀ ਤੁਹਾਡੇ ਨਾਲ ਸ਼ਹਿਰ ਜਾਵਾਂਗਾ ਤੇ ਪੈਸੇ ਕਮਾ ਕੇ ਲਿਆਵਾਂਗਾ। ਮੈਂ ਉਸ ਨੂੰ ਝੜਕ ਕੇ ਚੁੱਪ ਕਰਾ ਦਿੱਤਾ। ਇੰਨੇ ਵਿੱਚ ਹੀ ਮੇਰੀ ਨਜ਼ਰ ਮੇਰੀ ਭੈਣ ਦੀ ਪਤਨੀ ਦੀ ਭੈਣ ਤੇ ਪਈ, ਜੋ ਬਚਪਨ ਤੋਂ ਹੀ ਸਾਡੇ ਨਾਲ ਰਹਿੰਦੀ ਸੀ। ਉਸ ਨੂੰ ਦੇਖ ਕੇ ਮੈਂ ਇੱਕਦਮ ਚੌਂਕ ਗਿਆ। ਉਸਨੇ ਖੂਬ ਕੱਦ-ਕਾਠ ਕੀਤਾ ਹੋਇਆ ਸੀ। ਮੈਂ ਉਸ ਦੇ ਨਾਲ ਗੌਰ ਨਾਲ ਦੇਖਿਆ ਤਾਂ ਉਹ ਮੈਨੂੰ ਪਹਿਲਾਂ ਦੇ ਮੁਕਾਬਲੇ ਕਾਫੀ ਵੱਡੀ ਮਹਿਸੂਸ ਹੋ ਰਹੀ ਸੀ। ਉਹ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖ ਚੁੱਕੀ ਸੀ। ਮੇਰੀ ਪਤਨੀ ਦੇ ਮਾਂ-ਬਾਪ ਨੂੰ ਮਰੇ ਹੋਏ ਕਾਫੀ ਵਕਤ ਗੁਜ਼ਰ ਚੁੱਕਿਆ ਸੀ। ਉਸ ਦੀ ਭੈਣ ਸ਼ੁਰੂ ਤੋਂ ਹੀ ਸਾਡੇ ਨਾਲ ਰਹਿੰਦੀ ਸੀ, ਪਰ ਉਸ ਦਾ ਦਿਮਾਗ ਹੁਣ ਨਾਰਮਲ ਨਹੀਂ ਸੀ। ਉਸ ਦੇ ਅੰਦਰ ਬਚਪਨਾ ਸੀ। ਉਸ ਦਾ ਦਿਮਾਗ ਉਸ ਦੀ ਉਮਰ ਤੋਂ ਕੁਝ ਹੱਦ ਤੱਕ ਪਿੱਛੇ ਰਹਿ ਗਿਆ ਸੀ। ਇਸ ਵਜ੍ਹਾ ਨਾਲ ਉਹ ਦਿਮਾਗੀ ਤੌਰ ਤੇ ਕਮਜ਼ੋਰ ਸੀ। ਉਸ ਨੂੰ ਦੇਖਦੇ ਹੀ ਮੇਰੇ ਦਿਮਾਗ ਵਿੱਚ ਧਮਾਕਾ ਹੋਇਆ, ਪਰ ਮੈਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਕੁਝ ਦਿਨ ਪਿੰਡ ਵਿੱਚ ਰਿਹਾ। ਹੁਣ ਮੇਰੇ ਕੋਲ ਪੈਸੇ ਵੀ ਖਤਮ ਹੋਣ ਲੱਗੇ ਸੀ। ਕਹਿੰਦੇ ਹਨ ਕਿ ਹਰਾਮ ਦੇ ਪੈਸੇ ਵਿੱਚ ਬਰਕਤ ਨਹੀਂ ਹੁੰਦੀ। ਉਹੀ ਸਭ ਕੁਝ ਮੇਰੇ ਨਾਲ ਹੋ ਰਿਹਾ ਸੀ। ਹੁਣ ਮੈਨੂੰ ਜਲਦ ਤੋਂ ਜਲਦ ਇੱਕ ਨਵਾਂ ਸ਼ਿਕਾਰ ਤਲਾਸ਼ ਕਰਨਾ ਸੀ। ਸਭ ਤੋਂ ਆਸਾਨ ਸ਼ਿਕਾਰ ਮੈਨੂੰ ਆਪਣੀ ਸਾਲੀ ਹੀ ਨਜ਼ਰ ਆ ਰਹੀ ਸੀ। ਉਹ ਦੇਖਣ ਵਿੱਚ ਬਹੁਤ ਖੂਬਸੂਰਤ ਸੀ। ਕੋਈ ਪਹਿਲੀ ਨਜ਼ਰ ਵਿੱਚ ਦੇਖ ਕੇ ਇਹ ਨਹੀਂ ਕਹਿ ਸਕਦਾ ਸੀ ਕਿ ਉਹ ਦਿਮਾਗੀ ਤੌਰ ਤੇ ਕਮਜ਼ੋਰ ਆ। ਮੇਰੇ ਸ਼ੈਤਾਨੀ ਦਿਮਾਗ ਨੇ ਇਸ ਗੱਲ ਤੇ ਗੌਰ ਕਰਨਾ ਸ਼ੁਰੂ ਕਰ ਦਿੱਤਾ। ਕਈ ਸਾਲਾਂ ਤੋਂ ਉਹ ਸਾਡੇ ਉੱਤੇ ਬੋਝ ਬਣੀ ਹੋਈ ਸੀ। ਪਹਿਲਾਂ ਹੀ ਘਰ ਦੇ ਖਰਚੇ ਕਿਹੜਾ ਘੱਟ ਸੀ ਕਿ ਮੈਂ ਉਸ ਦਾ ਵੀ ਖਰਚਾ ਉਠਾਉਂਦਾ। ਮੈਂ ਆਪਣੇ ਦਿਲ ਵਿੱਚ ਫੈਸਲਾ ਕਰ ਲਿਆ, ਮੇਰੇ ਲਈ ਆਪਣੀ ਪਤਨੀ ਨੂੰ ਸ਼ੀਸ਼ੇ ਵਿੱਚ ਉਤਾਰਨਾ ਬਹੁਤ ਆਸਾਨ ਸੀ।
क्योंकि वो आम जही घरेलू औरत सी। उसनूं बाहर दी दुनिया दी कोई खबर नहीं सी। मैं उसनूं कहा कि उसदी भैन दे इलाज लई शहर विच बहुत वड्डे दिमागी हस्पताल हन, उत्थे बहुत ही वधिया काबल डॉक्टर हन ते अजिहे लोकां दा इलाज करदे हन। ਅਤੇ ਨਾਲ ही मैं ये भी झूठ बोलिया कि मैं कई लोगों नूं उन्हां हस्पतालों विच ठीक हो के बाहर आउंदे देखिया। ਇਹ ਸੁਣਦੇ ਹੀ ਮੇਰੀ ਪਤਨੀ ਸੋਚਾਂ ਵਿੱਚ ਪੈ ਗਈ, ਕਿਉਂਕਿ ਅਕਸਰ ਹੀ ਮੈਂ ਆਪਣੀ ਪਤਨੀ ਨੂੰ ਪਰੇਸ਼ਾਨ ਹੁੰਦੇ ਦੇਖਿਆ ਸੀ। ਉਸ ਦੀ ਭੈਣ ਦਾ ਕੀ ਹੋਵੇਗਾ? ਦਿਮਾਗੀ ਕਮਜ਼ੋਰੀ ਦੀ ਵਜ੍ਹਾ ਨਾਲ ਉਸ ਨੂੰ ਰਿਸ਼ਤੇ ਨਹੀਂ ਆਉਂਦੇ ਸੀ। ਮੈਂ ਆਪਣੀ ਪਤਨੀ ਨੂੰ ਪੱਟੀ ਪੜ੍ਹਾਈ ਕਿ ਉਸ ਦੀ ਭੈਣ ਸ਼ਹਿਰ ਵਿੱਚ ਘੁੰਮੇਗੀ ਤਾਂ ਹੋ ਸਕਦਾ ਉਸ ਦੀ ਸਿਹਤ ਤੇ ਉਸ ਦੇ ਦਿਮਾਗ ਤੇ ਚੰਗਾ ਅਸਰ ਪਵੇ। ਅਤੇ ਫਿਰ ਮੇਰੀ ਪਤਨੀ ਬਿਨਾਂ ਸੋਚੇ ਸਮਝੇ ਮੇਰੇ ਉੱਤੇ ਭਰੋਸਾ ਕਰਦੇ ਹੋਏ ਆਪਣੀ ਭੈਣ ਨੂੰ ਮੇਰੇ ਨਾਲ ਭੇਜਣ ਲਈ ਤਿਆਰ ਹੋ ਗਈ। ਇਹ ਕੰਮ ਇੰਨਾ ਆਸਾਨ ਹੋਵੇਗਾ ਇਹ ਤਾਂ ਕਦੇ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਕੁਝ ਦਿਨਾਂ ਬਾਅਦ ਮੈਂ ਆਪਣੀ ਸਾਲੀ ਨੂੰ ਲੈ ਕੇ ਸ਼ਹਿਰ ਵੱਲ ਤੁਰ ਪਿਆ। ਮੇਰੀ ਪਤਨੀ ਆਪਣੀ ਭੈਣ ਨੂੰ ਤੋਰਦੇ ਹੋਏ ਰੋਣ ਲੱਗੀ, ਕਿਉਂਕਿ ਉਸਨੇ ਆਪਣੇ ਬੱਚਿਆਂ ਨਾਲੋਂ ਵੱਧ ਕੇ ਇਸ ਨੂੰ ਪਾਲਿਆ ਸੀ ਤੇ ਮੈਂ ਉਸ ਨੂੰ ਭਿਣਕ ਵੀ ਨਹੀਂ ਲੱਗਣ ਦਿੱਤੀ ਕਿ ਮੈਂ ਉਸ ਦੀ ਭੈਣ ਨੂੰ ਵੇਚਣ ਦੇ ਲਈ ਸ਼ਹਿਰ ਲਿਜਾ ਰਿਹਾ। ਮੈਂ ਲੈ ਕੇ ਉਸ ਨੂੰ ਬੱਸ ਵਿੱਚ ਬੈਠ ਗਿਆ। ਉਹ ਮੇਰੇ ਨਾਲ ਰਾਹ ਵਿੱਚ ਹਜ਼ਾਰਾਂ ਸਵਾਲ ਕਰਦੀ ਗਈ, ਪਰ ਮੈਂ ਉਸ ਦੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਸੀ, ਬਲਕਿ ਉਸ ਦੇ ਸਵਾਲਾਂ ਨਾਲ ਮੇਰੇ ਸਿਰ ਵਿੱਚ ਦਰਦ ਪੈਦਾ ਹੋ ਰਿਹਾ ਸੀ। ਮੈਂ ਜਲਦ ਤੋਂ ਜਲਦ ਇਸ ਮੁਸੀਬਤ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਸਾਲੀ ਮੇਰੀ ਜ਼ਿੰਦਗੀ ਤੋਂ ਦੂਰ ਚਲੀ ਜਾਵੇ। ਸ਼ਾਮ ਤੱਕ ਸਾਡੀ ਬੱਸ ਸ਼ਹਿਰ ਪਹੁੰਚ ਚੁੱਕੀ ਸੀ। ਮੈਂ ਉਸ ਨੂੰ ਲੈ ਕੇ ਵਿਕਰਮ ਦੇ ਘਰ ਪਹੁੰਚਿਆ ਤਾਂ ਵਿਕਰਮ ਨੂੰ ਅੰਦਾਜ਼ਾ ਹੋ ਗਿਆ ਸੀ ਮੈਂ ਕਿਸੇ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੈ ਆਇਆ। ਪਰ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਆਪਣੀ ਹੀ ਸਾਲੀ ਨੂੰ ਵੇਚਣ ਦੇ ਲਈ ਲੈ ਕੇ ਆਇਆ ਤਾਂ ਉਹ ਹੱਕਾ ਬੱਕਾ ਹੋ ਕੇ ਮੇਰੀ ਸ਼ਕਲ ਵੱਲ ਦੇਖਣ ਲੱਗਾ। ਜਦੋਂ ਮੈਂ ਉਸ ਨੂੰ ਦੱਸਿਆ ਕਿ ਇਹ ਦਿਮਾਗੀ ਤੌਰ ਤੇ ਥੋੜੀ ਬਿਮਾਰ ਆ ਤਾਂ ਉਸਨੇ ਮੈਨੂੰ ਇਹ ਕੰਮ ਕਰਨ ਤੋਂ ਮਨਾ ਕਰ ਦਿੱਤਾ। ਪਰ ਮੇਰੇ ਉੱਤੇ ਪੈਸਿਆਂ ਦਾ ਭੂਤ ਸਵਾਰ ਸੀ। ਮੇਰੀ ਬਹੁਤ ਜ਼ਿੱਦ ਕਰਕੇ ਵਿਕਰਮ ਨੇ ਮੇਰੀ ਗੱਲ ਮੰਨ ਲਈ ਤੇ ਅਸੀਂ ਦੋਵੇਂ ਹੀ ਉਸ ਕੋਠੇ ਤੇ ਹੀ ਰਵਾਨਾ ਹੋ ਗਏ। ਮੈਂ ਉਹ ਕੋਠੇ ਦੀ ਮਾਲਕਣ ਅੱਗੇ ਆਪਣੀ ਸਾਲੀ ਨੂੰ ਪੇਸ਼ ਕੀਤਾ ਤਾਂ ਉਹ ਵੀ ਉਸ ਦੀ ਖੂਬਸੂਰਤੀ ਦੇਖ ਕੇ ਖੁਸ਼ ਹੋ ਗਈ। ਪਰ ਜਦੋਂ ਮੈਂ ਉਸ ਨੂੰ ਇਹ ਦੱਸਿਆ ਕਿ ਇਹ ਦਿਮਾਗੀ ਤੌਰ ਤੇ ਥੋੜੀ ਕਮਜ਼ੋਰ ਆ ਤਾਂ ਉਸ ਦੀ ਮੱਥੇ ਵਿੱਚ ਵੱਟ ਪੈ ਗਏ ਤਾਂ ਉਸਨੇ ਮੇਰੀ ਸਾਲੀ ਨੂੰ ਖਰੀਦਣ ਤੋਂ ਮਨਾ ਕਰ ਦਿੱਤਾ। ਮੈਂ ਕੋਠੇ ਦੀ ਮਾਲਕਣ ਦੇ ਅੱਗੇ ਬਹੁਤ ਹੱਥ ਪੈਰ ਜੋੜੇ ਤਾਂ ਆਖਰਕਾਰ ਉਹ ਮੇਰੀ ਗੱਲ ਮੰਨਣ ਨੂੰ ਤਿਆਰ ਹੋ ਗਈ ਤੇ ਉਸਨੇ ਕਿਹਾ ਕਿ ਮੈਂ ਪਹਿਲਾਂ ਇਸ ਨੂੰ ਇੱਥੇ ਰੱਖ ਕੇ ਦੇਖਾਂਗੀ, ਉਸ ਤੋਂ ਬਾਅਦ ਤੈਨੂੰ ਪੈਸੇ ਦੇਵਾਂਗੀ। ਮੈਂ ਇਸ ਗੱਲ ਤੇ ਹਾਮੀ ਭਰ ਲਈ ਤੇ ਆਪਣੀ ਸਾਲੀ ਨੂੰ ਕੋਠੇ ਦੀ ਮਾਲਕਣ ਦੇ ਹਵਾਲੇ ਕਰਕੇ ਆ ਗਿਆ। ਉਹ ਮੈਨੂੰ ਜਾਂਦੇ ਦੇਖ ਕੇ ਰੋਣ ਲੱਗੀ ਤਾਂ ਕੋਠੇ ਦੀ ਮਾਲਕਣ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਹੁਣ ਮੇਰਾ ਅਗਲਾ ਕੰਮ ਇਹ ਸੀ ਕਿ ਮੈਂ ਆਪਣੀ ਪਤਨੀ ਨੂੰ ਦੱਸਣਾ ਸੀ ਕਿ ਤੇਰੀ ਭੈਣ ਸ਼ਹਿਰ ਵਿੱਚ ਕਿਤੇ ਗੁੰਮ ਗਈ ਆ। ਪਰ ਇਸ ਗੱਲ ਦਾ ਮੇਰੇ ਅੰਦਰ ਹੌਸਲਾ ਨਹੀਂ ਪੈ ਰਿਹਾ ਸੀ। ਬਹੁਤ ਹਿੰਮਤ ਕਰਕੇ ਆਖਰਕਾਰ ਮੈਂ ਆਪਣੀ ਭੈਣ ਨੂੰ ਇਹ ਸਭ ਦੱਸ ਦਿੱਤਾ ਕਿ ਮੈਂ ਬੱਸ ਸਟੈਂਡ ਤੋਂ ਰਿਕਸ਼ਾ ਲੱਭਣ ਲਈ ਗਿਆ ਤਾਂ ਉਸ ਦੀ ਭੈਣ ਕਿਧਰੇ ਚਲੀ ਗਈ। ਉਦੋਂ ਦਾ ਮੈਂ ਉਸ ਨੂੰ ਲੱਭ ਰਿਹਾ। ਮੇਰੀ ਪਤਨੀ ਇਹ ਗੱਲ ਸੁਣਦੇ ਹੀ ਪਾਗਲਾਂ ਦੀ ਤਰ੍ਹਾਂ ਮੈਨੂੰ ਕਹਿਣ ਲੱਗੀ ਕਿ ਉਹ ਵਿਚਾਰੀ ਲੜਕੀ ਐਡੇ ਵੱਡੇ ਸ਼ਹਿਰ ਵਿੱਚ ਕਿੱਥੇ ਲੱਭੇਗੀ। ਘਰ ਵਿੱਚ ਚਾਰੇ ਪਾਸੇ ਤੂਫਾਨ ਆ ਚੁੱਕਿਆ ਸੀ। ਮੈਂ ਆਪਣੀ ਪਤਨੀ ਤੋਂ ਉਸ ਦੀ ਭੈਣ ਨੂੰ ਲੱਭਣ ਦਾ ਵਾਅਦਾ ਕਰਕੇ ਫੋਨ ਬੰਦ ਕਰ ਦਿੱਤਾ ਅਤੇ ਸਕੂਨ ਨਾਲ ਸੌਣ ਦੇ ਲਈ ਲੇਟ ਗਿਆ। ਪਰ ਉੱਧਰ ਮੇਰੀ ਪਤਨੀ ਆਪਣੀ ਭੈਣ ਦੇ ਲਈ ਤੜਫ ਰਹੀ ਸੀ। ਉਸ ਨੂੰ ਇੱਕ ਪਲ ਦੇ ਲਈ ਚੈਨ ਨਸੀਬ ਨਹੀਂ ਸੀ ਤੇ ਮੈਂ ਆਪਣੇ ਹੱਥ ਨਾਲ ਇਹ ਸਭ ਕੁਝ ਕਰਕੇ ਸਾਰਾ ਤਮਾਸ਼ਾ ਦੇਖ ਰਿਹਾ ਸੀ। ਅਗਲੇ 2 ਦਿਨਾਂ ਤੱਕ ਘਰ ਵਿੱਚੋਂ ਹਰ 2 ਮਿੰਟ ਬਾਅਦ ਮੈਨੂੰ ਫੋਨ ਆਉਂਦੇ ਸੀ ਤੇ ਮੇਰੀ ਸਾਲੀ ਦੇ ਬਾਰੇ ਪੁੱਛਦੇ ਰਹਿੰਦੇ ਸੀ। ਮੈਂ ਘਰ ਵਾਲਿਆਂ ਨੂੰ ਜਵਾਬ ਦੇ ਕੇ ਥੱਕ ਚੁੱਕਿਆ ਸੀ। ਉਹਨਾਂ ਨੂੰ ਇਹੀ ਕਹਿ ਰਿਹਾ ਸੀ ਕਿ ਮੈਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਨਹੀਂ ਮਿਲ ਰਹੀ। ਪਰ ਘਰੋਂ ਫੋਨ ਆਉਣੇ ਬੰਦ ਨਹੀਂ ਹੋ ਰਹੇ ਸੀ। ਮੈਂ ਇਸ ਦਾ ਇਹੀ ਹੱਲ ਕੱਢਿਆ ਕਿ ਮੈਂ ਉਹਨਾਂ ਦੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਤੇ ਮੇਰੇ ਘਰ ਵਾਲਿਆਂ ਦੇ ਸਵਾਲਾਂ ਤੋਂ ਮੇਰੀ ਜਾਨ ਛੁੱਟ ਗਈ ਸੀ। 2 ਦਿਨ ਮੇਰੇ ਇਸ ਇੰਤਜ਼ਾਰ ਵਿੱਚ ਗੁਜ਼ਰ ਗਏ ਕਿ ਕੋਠੇ ਦੀ ਮਾਲਕਣ ਮੈਨੂੰ ਖੁਦ ਫੋਨ ਕਰਕੇ ਪੈਸੇ ਦੇਣ ਲਈ ਬੁਲਾਵੇਗੀ, ਪਰ ਉਸ ਦਾ ਫੋਨ ਨਹੀਂ ਆਇਆ ਤਾਂ ਮੈਂ ਖੁਦ ਕੋਠੇ ਤੇ ਜਾ ਕੇ ਪੈਸੇ ਵਸੂਲ ਕਰਨ ਦੀ ਸੋਚੀ ਤਾਂ ਵਿਕਰਮ ਨੂੰ ਲੈ ਕੇ ਕੋਠੇ ਦੇ ਵੱਲ ਜਾਣ ਲੱਗਿਆ, ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਸਾਲੀ ਨੇ ਅਜਿਹੀ ਕੋਈ ਹਰਕਤ ਨਾ ਕਰ ਦਿੱਤੀ ਹੋਵੇ ਜਿਸ ਨਾਲ ਉਹ ਗੁੱਸੇ ਵਿੱਚ ਆ ਜਾਵੇ ਤੇ ਮੈਨੂੰ ਮੇਰੇ ਪੈਸੇ ਦੇਣ ਤੋਂ ਮਨਾ ਕਰ ਦੇਵੇ। ਇਸ ਲਈ ਮੈਂ ਜਲਦ ਤੋਂ ਜਲਦ ਆਪਣੇ ਪੈਸੇ ਲੈ ਲੈਣਾ ਚਾਹੁੰਦਾ ਸੀ। ਜਿਵੇਂ ਹੀ ਮੈਂ ਪੈਸੇ ਲੈਣ ਕੋਠੇ ਤੇ ਪਹੁੰਚਿਆ ਤਾਂ ਉਹ ਸਭ ਮੈਨੂੰ ਦੇਖ ਕੇ ਘਬਰਾ ਗਏ। ਮੈਂ ਅੱਗੇ ਵਧਿਆ ਤਾਂ ਮੇਰੇ ਉੱਤੇ ਇੱਕ ਕਿਆਮਤ ਟੁੱਟ ਪਈ ਤੇ ਮੈਂ ਉੱਥੇ ਦਾ ਉੱਥੇ ਖੜਾ ਰਹਿ ਗਿਆ। ਮੇਰੇ ਵਿੱਚ ਆਪਣੀ ਜਗ੍ਹਾ ਤੋਂ ਹਿੱਲਣ ਦੀ ਹਿੰਮਤ ਨਹੀਂ ਸੀ, ਕਿਉਂਕਿ ਮੇਰੇ ਸਾਹਮਣੇ ਮੇਰਾ ਵੱਡਾ ਬੇਟਾ ਖੜਾ ਸੀ। ਮੈਂ ਉਸ ਨੂੰ ਇੱਥੇ ਕੋਠੇ ਤੇ ਦੇਖ ਕੇ ਹੈਰਾਨ ਰਹਿ ਗਿਆ ਤੇ ਫਿਰ ਮੇਰੇ ਬੇਟੇ ਤੋਂ ਹੁੰਦੇ ਹੋਏ ਮੇਰੀ ਨਜ਼ਰ ਸਾਹਮਣੇ ਸੋਫੇ ਤੇ ਪਈ ਤਾਂ ਮੇਰੀ ਸਾਲੀ ਦੇ ਨਾਲ
ਮੇਰੀ ਪਤਨੀ ਸੋਫੇ ਤੇ ਬੈਠੀ ਹੋਈ ਸੀ। ਇਹ ਸਭ ਦੇਖ ਕੇ ਮੇਰੀ ਤਾਂ ਜਾਨ ਨਿਕਲ ਗਈ ਤੇ ਉਹਨਾਂ ਦੇ ਆਸ-ਪਾਸ ਕਈ ਪੁਲਿਸ ਵਾਲੇ ਵੀ ਖੜੇ ਸੀ ਤੇ ਨਾਲ ਹੀ ਮੇਰੀ ਪਤਨੀ ਦੇ ਉਹ ਵਕੀਲ ਮਾਮਾ ਵੀ ਖੜੇ ਸੀ ਜਿਸ ਨਾਲ ਮੇਰੀ ਅੱਜ ਤੱਕ ਨਹੀਂ ਬਣੀ ਸੀ। ਉਹਨਾਂ ਸਭ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅੱਜ ਮੈਂ ਚਾਰੇ ਪਾਸਿਓਂ ਘੇਰਿਆ ਗਿਆ ਸੀ। ਮੇਰੀ ਪਤਨੀ ਤੇ ਮੇਰੇ ਬੇਟੇ ਦੀਆਂ ਅੱਖਾਂ ਵਿੱਚ ਮੇਰੇ ਲਈ ਨਫ਼ਰਤ ਸੀ ਤੇ ਮੈਂ ਉਹਨਾਂ ਨਾਲ ਨਜ਼ਰ ਨਹੀਂ ਮਿਲਾ ਪਾ ਰਿਹਾ ਸੀ। ਮੈਂ ਸਿਰ ਝੁਕਾ ਕੇ ਮੁਜਰਮ ਦੀ ਤਰ੍ਹਾਂ ਖੜਾ ਹੋ ਗਿਆ। 2 ਦਿਨਾਂ ਤੋਂ ਲਗਾਤਾਰ ਮੇਰੀ ਪਤਨੀ ਤੇ ਬੇਟਾ ਮੈਨੂੰ ਫੋਨ ਕਰ ਰਹੇ ਸੀ ਪਰ ਮੈਂ ਉਹਨਾਂ ਦੇ ਫੋਨ ਦਾ ਜਵਾਬ ਨਹੀਂ ਦੇ ਰਿਹਾ ਸੀ। ਮੈਂ ਉਸ ਸਮੇਂ ਨੂੰ ਕੋਸਣ ਲੱਗਿਆ ਕਿ ਮੈਂ ਕਿਉਂ ਇਹਨਾਂ ਦੇ ਫੋਨ ਦਾ ਜਵਾਬ ਨਹੀਂ ਦਿੱਤਾ। ਘੱਟ ਤੋਂ ਘੱਟ ਅੱਜ ਮੈਨੂੰ ਆਪਣੇ ਘਰ ਵਾਲਿਆਂ ਦੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਤਾਂ ਨਾ ਕਰਨਾ ਪੈਂਦਾ। ਮੇਰੇ ਬੇਟਾ ਸਾਹਮਣੇ ਖੜਾ ਮੈਨੂੰ ਦੇਖ ਰਿਹਾ ਸੀ ਤੇ ਮੇਰੀ ਪਤਨੀ ਸਾਹਮਣੇ ਬੈਠੀ ਮੈਨੂੰ ਸ਼ਿਕਾਇਤ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਮੈਨੂੰ ਦੇਖਦੇ ਹੀ ਮੇਰੀ ਸਾਲੀ ਨੇ ਜ਼ੋਰ-ਜ਼ੋਰ ਦੀ ਚੀਕਣਾ ਸ਼ੁਰੂ ਕਰ ਦਿੱਤਾ ਤੇ ਸਭ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੇ ਲਿਆ ਕੇ ਮੈਨੂੰ ਇੱਥੇ ਛੱਡ ਦਿੱਤਾ ਸੀ। ਮੇਰੀ ਸਾਲੀ ਇੰਨੀ ਵੀ ਪਾਗਲ ਨਹੀਂ ਸੀ ਕਿ ਉਹ ਕੁਝ ਸਮਝ ਨਾ ਪਾਉਂਦੀ। ਉਹ ਸਭ ਸਮਝਦੀ ਸੀ। ਮੈਂ ਜਾ ਕੇ ਆਪਣੀ ਸਾਲੀ ਦੇ ਪੈਰਾਂ ਵਿੱਚ ਡਿੱਗ ਗਿਆ ਤੇ ਉਸ ਤੋਂ ਮਾफ़ੀ ਮੰਗਣ ਲੱਗਾ ਤੇ ਮੇਰੀ ਸਾਲੀ ਮੇਰੇ ਤੋਂ ਡਰ ਕੇ ਆਪਣੀ ਭੈਣ ਦੇ ਪਿੱਛੇ ਲੁਕ ਗਈ। ਮੇਰੀ ਪਤਨੀ ਨੇ ਮੈਨੂੰ ਧੱਕਾ ਦੇ ਕੇ ਪਿੱਛੇ ਸੁੱਟ ਦਿੱਤਾ ਤੇ ਮੇਰੀ ਪਤਨੀ ਦੇ ਮਾਮਾ ਅੱਗੇ ਵਧੇ ਤੇ ਉਸਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ। ਕੋਠੇ ਦੀ ਮਾਲਕਣ ਪੁਲਿਸ ਨੂੰ ਸਾਰਾ ਕੁਝ ਪਹਿਲਾਂ ਹੀ ਦੱਸ ਚੁੱਕੀ ਸੀ। ਹੁਣ ਮੈਨੂੰ ਆਪਣੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ। ਮੈਂ ਕਿਉਂ ਇੰਨਾ ਗੰਦਾ ਕੰਮ ਕੀਤਾ ਜਿਸ ਦੀ ਵਜ੍ਹਾ ਨਾਲ ਅੱਜ ਮੈਂ ਸਭ ਦੀਆਂ ਨਜ਼ਰਾਂ ਵਿੱਚ ਡਿੱਗ ਚੁੱਕਿਆ ਸੀ। ਕੋਠੇ ਦੀ ਮਾਲਕਣ ਨੇ ਪੁਲਿਸ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਕਿ ਨਾ ਜਾਣੇ ਅੱਜ ਤੱਕ ਮੈਂ ਕਿੰਨੀਆਂ ਲੜਕੀਆਂ ਨੂੰ ਧੋਖਾ ਦੇ ਕੇ ਇੱਥੇ ਲਿਆ ਕੇ ਵੇਚ ਦਿੱਤਾ। ਮੇਰੀ ਪਤਨੀ ਤੇ ਮੇਰੇ ਪਤਨੀ ਦੇ ਮਾਮੇ ਨੇ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮੈਨੂੰ ਅਤੇ ਵਿਕਰਮ ਨੂੰ ਗ੍ਰਿਫਤਾਰ ਕਰ ਲਿਆ। ਮੇਰੀ ਲੱਖ ਸਫਾਈ ਦੇਣ ਦੇ ਬਾਅਦ ਵੀ ਕਿਸੇ ਨੇ ਮੇਰੀ ਇੱਕ ਨਾ ਸੁਣੀ। ਮੇਰੀ ਪਤਨੀ ਤੇ ਮੇਰਾ ਬੇਟਾ ਚੁੱਪ ਕਰਕੇ ਮੈਨੂੰ ਗ੍ਰਿਫਤਾਰ ਹੁੰਦੇ ਹੋਏ ਦੇਖ ਰਹੇ ਸੀ। ਪੁਲਿਸ ਮੈਨੂੰ ਜੀਪ ਵਿੱਚ ਬਿਠਾ ਕੇ ਲੈ ਗਈ ਤੇ ਮੇਰੀਆਂ ਚੀਕਾਂ ਮੇਰੇ ਘਰ ਵਾਲਿਆਂ ਤੇ ਕੋਈ ਅਸਰ ਨਹੀਂ ਕਰ ਰਹੀਆਂ ਸੀ। ਇੱਕ ਸਮਾਂ ਸੀ ਜਦੋਂ ਮੈਂ ਕਿਸੇ ਦੀ ਚੀਕ ਪੁਕਾਰ ਦਾ ਧਿਆਨ ਨਹੀਂ ਦਿੰਦਾ ਸੀ ਤੇ ਅੱਜ ਮੇਰੇ ਨਾਲ ਵੀ ਇਹੀ ਸਭ ਹੋ ਰਿਹਾ ਸੀ। ਸਮਾਂ ਆਪਣੇ ਆਪ ਨੂੰ ਦੁਹਰਾ ਰਿਹਾ ਸੀ ਤੇ ਮੇਰਾ ਦਰਦ ਸੁਣਨ ਵਾਲਾ ਕੋਈ ਮੌਜੂਦ ਨਹੀਂ ਸੀ। ਪੁਲਿਸ ਨੇ ਸਾਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਵਿਕਰਮ ਦੀ ਉੱਚੇ ਲੋਕਾਂ ਨਾਲ ਜਾਣ ਪਹਿਚਾਣ, ਇਸ ਲਈ ਸਾਡੀ ਰਿਹਾਈ ਜਲਦੀ ਹੋ ਗਈ। ਪਰ ਜੇਲ੍ਹ ਵਿੱਚ ਅਸੀਂ ਜੋ ਦਿਨ ਗੁਜ਼ਾਰੇ ਸੀ ਬਹੁਤ ਹੀ ਦਰਦਨਾਕ ਸੀ। ਪੁਲਿਸ ਦੀ ਕੁੱਟ ਯਾਦ ਆਉਂਦੀ ਤਾਂ ਮੈਂ ਤੜਫ ਜਾਂਦਾ। ਉਹ ਦਰਦ ਭਰੇ ਦਿਨਾਂ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੈਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ ਕਿ ਮੈਂ ਕਿੰਨੀਆਂ ਹੀ ਲੜਕੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਹਨਾਂ ਲੜਕੀਆਂ ਦੀਆਂ ਬਦਦੁਆਵਾਂ ਮੈਨੂੰ ਕਦੇ ਵੀ ਸਕੂਨ ਅਤੇ ਚੈਨ ਨਹੀਂ ਲੈਣ ਦੇਣਗੀਆਂ। ਇਹੀ ਗੱਲ ਮੈਨੂੰ ਦਿਨ ਰਾਤ ਬੇਚੈਨ ਕਰੀ ਰੱਖਦੀ ਸੀ। ਜੇਲ੍ਹ ਤੋਂ ਛੁੱਟਣ ਤੋਂ ਬਾਅਦ ਮੈਂ ਕਈ ਦਿਨਾਂ ਤੱਕ ਆਪਣੇ ਘਰ ਜਾਣ ਦੀ ਹਿੰਮਤ ਨਹੀਂ ਕਰ ਸਕਿਆ। ਬਹੁਤ ਲੰਮੇ ਸਮੇਂ ਬਾਅਦ ਮੈਂ ਆਪਣੇ ਘਰ ਜਾਣ ਦੀ ਹਿੰਮਤ ਕੀਤੀ ਅਤੇ ਆਪਣੇ ਪਿੰਡ ਦੇ ਵੱਲ ਤੁਰ ਪਿਆ। ਮੇਰੇ ਵਿੱਚ ਕਿਸੇ ਨਾਲ ਨਜ਼ਰ ਮਿਲਾਉਣ ਦੀ ਹਿੰਮਤ ਨਹੀਂ ਸੀ। ਮੈਂ ਜਿਵੇਂ ਹੀ ਆਪਣੇ ਦਰਵਾਜ਼ੇ ਦੇ ਬਾਹਰ ਖੜਾ ਹੋਇਆ ਤਾਂ ਮੇਰਾ ਦਿਲ ਧੜਕਣੋਂ ਬੰਦ ਹੋਣ ਲੱਗਿਆ। ਮੈਂ ਘਰ ਦੇ ਅੰਦਰ ਦਾਖਲ ਹੁੰਦੇ ਹੀ ਸਭ ਤੋਂ ਆਪਣੇ ਕੀਤੇ ਦੀ ਮਾਫ਼ੀ ਮੰਗਣ ਲੱਗਿਆ ਤਾਂ ਮੇਰੀ ਗੱਲ ਸੁਣਨਾ ਤਾਂ ਦੂਰ, ਉਹ ਮੇਰਾ ਚਿਹਰਾ ਵੇਖਣਾ ਵੀ ਨਹੀਂ ਚਾਹੁੰਦੇ ਸੀ। ਮੈਂ ਉਸ ਘਰ ਵਿੱਚ ਅਜਨਬੀਆਂ ਦੀ ਤਰ੍ਹਾਂ ਖੜਾ ਸੀ। ਥੋੜੇ ਟਾਈਮ ਬਾਅਦ ਹੀ ਮੈਂ ਦੁਬਾਰਾ ਸ਼ਹਿਰ ਆ ਗਿਆ ਤੇ ਅੱਜ ਤੱਕ ਮੈਂ ਪਲਟ ਕੇ ਵੀ ਆਪਣੇ ਘਰ ਨੂੰ ਨਹੀਂ ਦੇਖਿਆ। ਸ਼ਾਇਦ ਮੇਰੇ ਲਈ ਇਹੀ ਸਜ਼ਾ ਸੀ ਕਿ ਮੈਂ ਆਪਣੇ ਹੀ ਬੱਚਿਆਂ ਦੇ ਚਿਹਰੇ ਦੇਖਣ ਦੇ ਲਈ ਤਰਸ ਜਾਵਾਂਗਾ। ਸੋ ਦੋਸਤੋ, ਮੇਰੇ ਵਰਗਾ ਇਨਸਾਨ ਮਾਫ਼ੀ ਦੇ ਲਾਇਕ ਹੈਗਾ ਜਾਂ ਨਹੀਂ? ਆਪਣੀ ਰਾਏ ਜ਼ਰੂਰ ਦਿਓ।